ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ दैनिक सवेरा टाइम्स। अपनी लग पहचान काबिल डॉक्टर और कई पेशेंट ਨੂੰ ਨਵੀਂ ਜ਼ਿੰਦਗੀ ਦੇਣ 'ਚ ਮਾਹਿਰ ਹੈ ਪਟੇਲ ਹਸਪੀਟਲ। ਸਾਡੇ ਨਾਲ ਇਸ ਟਾਈਮ ਮੌਜੂਦ ਹੈ ਪਟੇਲ ਹਸਪੀਟਲ ਦੇ ਡਾਕਟਰ ਸ਼ਮਿਤ ਚੋਪੜਾ ਜੀ। ਉਹਨਾਂ ਨਾਲ ਗੱਲਬਾਤ ਕਰੀ। ਸਰ ਪਹਿਲਾਂ ਦੈਨਿਕ ਸਵੇਰਾ ਤੁਹਾਡਾ ਸਵਾਗਤ। ਹਾਂਜੀ, ਧੰਨਵਾਦ ਤੁਹਾਡਾ ਤੇ ਦੈਨਿਕ ਸਵੇਰਾ ਦੇ ਸਾਰੇ ਦਰਸ਼ਕਾਂ ਨੂੰ ਤੇ ਸਾਰੇ ਸ਼ਰੋਤਾਵਾਂ ਨੂੰ ਵੀ ਸਾਡਾ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ। ਸਰ ਅਸੀਂ ਕਰੋਨਾ ਦੇ ਉੱਤੇ ਗੱਲਬਾਤ ਕਰਾਂਗੇ। ਸਰ ਕਰੋਨਾ ਦੇ ਕੀ ਲੱਛਣ ਹੈ? ਤੇ ਯੂਜੂਅਲੀ ਜਿਹੜੇ ਮੇਜਰ ਲੱਛਣ ਹੁੰਦੇ ਨੇ ਇਸ ਬਿਮਾਰੀ ਦੇ, ਉਹਦੇ ਵਿੱਚ ਬੁਖਾਰ, ਖਾਂਸੀ ਹੋਣਾ, ਸਾਹ 'ਚ ਦਿੱਕਤ ਹੋਣਾ ਜਿਹੜੀ ਕਿ ਹੋਰ ਕਿਸੇ ਚੀਜ਼ ਨਾਲ ਤਾਲੁਕ ਨਾ ਰੱਖਦੀ ਹੋਏ, ਆਮ ਤੌਰ ਤੇ ਗਲਾ ਖਰਾਬ ਹੋਣਾ ਜਾਂ ਦਰਦ ਹੋਣਾ ਵੀ ਇਹਦਾ ਲੱਛਣ ਹੋ ਸਕਦਾ ਹੈ। ਇਹ ਮੇਜਰ ਲੱਛਣ ਹੁੰਦੇ ਨੇ। ਅੱਜ ਕੱਲ੍ਹ ਮੈਡੀਕਲ ਜਗਤ ਵਿੱਚ ਰਿਸਰਚ ਵਿੱਚ ਕੁਝ ਲੱਛਣ ਸਾਹਮਣੇ ਆਏ ਨੇ ਜਿਹੜੇ ਕਿ ਅਨਕਾਮਨ ਲੱਛਣ ਹੁੰਦੇ ਨੇ, ਜਿਵੇਂ ਇਨਸਾਨ ਸੂੰਘ ਨਾ ਪਾਏ, ਸੁਣਨ ਦੀ ਖਮਤਾ। ਇਹਨਾਂ ਸਾਰੀਆਂ ਚੀਜ਼ਾਂ 'ਚ ਫਰਕ ਆਉਣਾ ਆਮ ਤੌਰ ਤੇ ਇਸ ਦਾ ਮਾਈਨਰ ਲੱਛਣ ਹੋ ਸਕਦਾ ਹੈ, ਪਰ ਮੂਲ ਤੌਰ ਤੇ ਬੁਖਾਰ, ਖਾਂਸੀ ਹੋਣਾ ਤੇ ਸਾਹ ਵਿੱਚ ਦਿੱਕਤ ਹੋਣਾ। ਸਰ ਕੀ ਕਰਨਾ ਚਾਹੀਦਾ ਕਿ ਕਰੋਨਾ ਨਾ ਫੈਲੇ? ਸੋ ਬਹੁਤ ਸਾਰੀ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਆਈ ਥਿੰਕ ਹੁਣ ਸਰਕਾਰ ਵੀ ਤੁਹਾਨੂੰ ਅਵਗਤ ਕਰਾ ਰਹੀ ਹੈ ਐਂਡ ਬਹੁਤ ਸਾਰੇ ਡਿਸਟ੍ਰਿਕਟ, ਸਟੇਟ ਤੇ ਨੈਸ਼ਨਲ ਅਥਾਰਟੀਜ਼ ਵੀ ਇਸ ਗੱਲ ਤੇ ਤਵੱਜੋ ਦੇ ਰਹੇ ਨੇ ਕਿ ਸਾਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਅਸੀਂ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰੀਏ। ਜਿਵੇਂ ਇਸ ਵੇਲੇ ਮੈਂ ਤੇ ਤੁਸੀਂ ਬੈਠੇ ਹੋ 1 ਮੀਟਰ ਦੀ ਦੂਰੀ ਤੇ ਬੈਠੇ ਹੋ ਤਾਂ ਮਾਸਕ ਪਾ ਰਹੇ ਹਾਂ ਆਪਾਂ, ਇੱਕ ਦੂਜੇ ਨਾਲ ਕੋਈ ਫਿਜ਼ੀਕਲ ਕੰਟੈਕਟ ਨਹੀਂ ਹੋ ਰਿਹਾ। ਉਹੀ ਗੱਲ ਸਾਰੇ ਲੋਕਾਂ ਨੂੰ, ਸਾਰੇ ਨਾਗਰਿਕਾਂ ਨੂੰ ਸਮਝਣੀ ਚਾਹੀਦੀ ਹੈ ਐਂਡ ਉਹ ਸਾਰੀ ਚੀਜ਼ਾਂ ਕਾਫੀ ਹੱਦ ਤੱਕ ਫੋਲੋ ਵੀ ਹੋ ਰਹੀਆਂ ਨੇ। ਉਹਦੇ ਇਲਾਵਾ ਕੰਟੈਕਟ ਪ੍ਰੀਕਾਸ਼ਨਸ, ਮੰਨ ਲਓ ਕਿਸੇ ਨੂੰ ਖਾਂਸੀ ਜਾਂ ਛਾ ਰਹੀ ਹੈ ਤਾਂ ਆਪਣੀ ਸਲੀਵ ਵਿੱਚ ਜਾਂ ਇਸ ਪਾਸੇ ਆਸਤੀਨ ਵਿੱਚ ਕਰਨ, ਬਿਕੋਜ਼ ਉਸ ਏਰੀਆ ਵਿੱਚ ਵਾਇਰਸ ਟਰਾਂਸਮਿਸ਼ਨ ਜਾਂ ਪਾਰਟੀਕਲ ਟਰਾਂਸਮਿਸ਼ਨ ਨਹੀਂ ਹੁੰਦਾ। ਉਹਦੇ ਇਲਾਵਾ ਜਨਰਲੀ ਸਮਾਜਿਕ ਤੌਰ ਤੇ ਘਰੋਂ ਬਾਹਰ ਨਾ ਨਿਕਲਣਾ ਜੋ ਤੱਕ ਬਹੁਤ ਜ਼ਰੂਰੀ ਨਾ ਹੋਏ, ਬਿਕੋਜ਼ ਇਹ ਬੜਾ ਕੰਟੇਜੀਅਸ ਵਾਇਰਸ ਹੈਗਾ, ਆਮ ਤੌਰ ਤੇ ਇੱਕਦਮ ਫੈਲਦਾ ਹੈ। ਠੀਕ ਹੈ, ਬਹੁਤ ਘੱਟ ਲੋਕਾਂ ਵਿੱਚ ਇਹਦੇ ਲੱਛਣ ਹੁੰਦੇ ਨੇ ਜਿਹੜੇ ਕਿ ਜਾਨਲੇਵਾ ਹੋਣ, ਪਰ ਉਹਦੇ ਬਾਵਜੂਦ ਮੈਜੋਰਿਟੀ ਲੋਕਾਂ ਵਿੱਚ ਇਨਫੈਕਸ਼ਨ ਜਾਂ ਸੰਕਰਮਣ ਜਿਹੜਾ ਹੈਗਾ ਤੁਸੀਂ ਦੇਖ ਹੀ ਰਹੇ ਹੋ। ਜਿਹੜੇ ਵੀ ਜਲੰਧਰ ਦੇ ਪੇਸ਼ੈਂਟਸ ਹੈਗੇ ਉਹਨਾਂ ਨੇ ਇੱਕ ਤੋਂ ਕਰੀਬ ਘੱਟੋ ਘੱਟ 10 15 20 ਲੋਕਾਂ ਨੂੰ ਸੰਕਰਮਣ ਉਹਨਾਂ ਕਰਕੇ ਹੋਇਆ। ਐਂਡ ਇਟਸ ਇੰਪੋਰਟੈਂਟ ਕਿ ਸਾਨੂੰ ਇਹ ਪਤਾ ਲੱਗੇ ਕਿ ਇਹ ਬੜਾ ਕੰਟੇਜੀਅਸ ਆਰਗੈਨਿਜ਼ਮ ਹੈਗਾ ਤੇ ਇਹਦੀ ਰੋਕਥਾਮ ਲਈ ਪਬਲਿਕ ਮੈਜਰਸ ਜਿਹੜੇ ਹੈਗੇ ਉਹ ਹੀ ਹੋਣਗੇ। ਸਰਕਾਰੀ ਅਦਾਰਿਆਂ ਨੇ ਪਲੱਸ ਪ੍ਰਾਈਵੇਟ ਅਦਾਰਿਆਂ ਨੇ ਪਲੱਸ ਜਿਹੜੀ ਉਹਨਾਂ ਨੇ ਹਜੇ ਪਰਮਿਸ਼ਨ ਦਿੱਤੀ ਵੀ ਹੈ ਬਿਜ਼ਨੈਸਿਸ ਖੋਲ੍ਹਣ ਲਈ, ਉਹਨਾਂ ਨੂੰ ਵੀ ਇਹ ਹਿਦਾਇਤਾਂ ਦਿੱਤੀਆਂ ਨੇ ਕਿ ਸੋਸ਼ਲ ਡਿਸਟੈਂਸਿੰਗ, ਕੰਟੈਕਟ ਪ੍ਰੀਕਾਸ਼ਨਸ, ਨਾਨ ਫਿਜ਼ੀਕਲ ਕੰਟੈਕਟ, ਇਹ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਨ। ਠੀਕ ਹੈ, ਤਾਂ ਉਸ ਬਿਮਾਰੀ ਦੇ ਸੰਕਰਮਣ ਤੋਂ ਬਚ ਸਕਦੇ ਨੇ। ਸਰ ਜੇ ਗੱਲ ਕਰੀਏ ਪ੍ਰਾਈਵੇਟ ਹਸਪੀਟਲ ਦੀ, ਪ੍ਰਾਈਵੇਟ ਹਸਪੀਟਲ ਨੂੰ ਕਿੰਨਾ ਕੁ ਲਾਸ ਹੋ ਚੁੱਕਾ? ਸੋ ਸਿਰਫ ਪ੍ਰਾਈਵੇਟ ਹਸਪਤਾਲ ਹੀ ਨਹੀਂ, ਬੇਸਿਕਲੀ ਦ ਬਿਜ਼ਨਸ ਆਫ ਹੈਲਥ ਕੇਅਰ ਬਾਕੀ ਬਿਜ਼ਨਸਿਸ ਵਰਗਾ ਹੈਗਾ। ਪ੍ਰਾਈਵੇਟ ਹੈਲਥ ਕੇਅਰ ਵੀ ਇੱਕ ਤਰ੍ਹਾਂ ਦਾ ਬਿਜ਼ਨਸ ਹੈਗਾ ਜਿਹਦੇ ਵਿੱਚ ਕੰਜ਼ਿਊਮਰਸ ਹੁੰਦੇ ਨੇ ਪਲੱਸ ਪ੍ਰੋਵਾਈਡਰ ਹੁੰਦੇ ਨੇ। ਕਿਸੇ ਵੀ ਕੰਜ਼ਿਊਮਰ ਪ੍ਰੋਵਾਈਡਰ ਰਿਲੇਸ਼ਨਸ਼ਿਪ ਦੇ ਬਿਜ਼ਨਸ ਵਿੱਚ ਸਾਰੇ ਲੋਕਾਂ ਨੂੰ ਕਾਫੀ ਹਾਨੀ ਹੋਈ ਹੈ। ਠੀਕ ਹੈ, ਜਿਹੜਾ ਪੇਸ਼ੈਂਟ ਆਮ ਤੌਰ ਤੇ ਉਹਦੇ ਲਈ ਆਉਣਾ ਸੌਖਾ ਹੁੰਦਾ ਸੀਗਾ, ਕੋਈ ਬਹੁਤ ਜ਼ਿਆਦਾ ਰਿਸਟ੍ਰਿਕਸ਼ਨਸ ਨਹੀਂ ਹੁੰਦੀਆਂ ਸੀਗੀਆਂ ਆਉਣ ਜਾਣ ਵਿੱਚ, ਉਹਨਾਂ ਨੂੰ ਦਿੱਕਤ ਆ ਰਹੀ ਹੈ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਉਹਦੇ ਲਈ ਅਸੀਂ ਸਰਕਾਰੀ ਪ੍ਰਸ਼ਾਸਨ ਜਾਂ ਲੋਕਲ ਅਥਾਰਟੀਜ਼ ਦੀ ਮਦਦ ਦੇ ਨਾਲ ਇਹਨਾਂ ਨੂੰ ਕਰਫਿਊ ਪਾਸਿਸ ਵਗੈਰਾ ਮੁਹੱਈਆ ਕਰਾਏ ਨੇ। ਉਹਦੇ ਇਲਾਵਾ ਆਮ ਤੌਰ ਤੇ ਪੇਸ਼ੈਂਟ ਜੇ ਮੰਨ ਲਓ ਕਿ ਖੁਦ ਹੀ ਬਹੁਤ ਜ਼ਿਆਦਾ ਕਮਾਈ ਨਹੀਂ ਕਰ ਪਾ ਰਿਹਾ ਤੇ ਜ਼ਰੂਰੀ ਬਿਮਾਰੀਆਂ ਦੇ ਇਲਾਜ ਵਿੱਚ ਵੀ ਉਹਨਾਂ ਨੂੰ ਕਰਾਉਣ ਵਿੱਚ ਦਿੱਕਤ ਆ ਰਹੀ ਹੈ। ਨਾਲ ਹੀ ਨਾਲ ਲੋਕਾਂ ਵਿੱਚ ਇੱਕ ਡਰ ਹੈਗਾ ਕਿ ਕਿਸੇ ਹਸਪਤਾਲ ਵਿੱਚ ਜਾਣਗੇ ਤਾਂ ਉੱਥੇ ਬਿਮਾਰ ਮਰੀਜ਼ ਹੋਣਗੇ ਤਾਂ ਕਰੋਨਾ ਸੰਕਰਮਿਤ ਮਰੀਜ਼ ਵੀ ਹੋ ਸਕਦੇ ਨੇ। ਆਪਣੀ ਜਗ੍ਹਾ ਉਹਨਾਂ ਦਾ ਇਹ ਨਜ਼ਰੀਆ ਜਾਇਜ਼ ਹੈਗਾ, ਪਰ ਆਮ ਤੌਰ ਤੇ ਸਾਰੇ ਹਸਪਤਾਲ ਇਹ ਪ੍ਰੀਕਾਸ਼ਨਸ ਲੈ ਰਹੇ ਨੇ ਕਿ ਪੇਸ਼ੈਂਟਸ ਨੂੰ ਸੰਕਰਮਣ ਜਾਂ ਟਰਾਂਸਮਿਸ਼ਨ ਦਾ ਚਾਂਸ ਕਾਫੀ ਘੱਟ ਹੋਏ। ਸਰ ਹੈਲਥ ਇੰਡਸਟਰੀ ਦਾ ਕੀ ਫਿਊਚਰ ਕੀ ਹੋਏਗਾ? ਸੋ ਹੈਲਥ ਇੰਡਸਟਰੀ ਇੱਕ ਤਰ੍ਹਾਂ ਦੀ ਇਹ ਤੁਸੀਂ ਕਹਿ ਲਓ ਕਿ ਇਟ ਇਜ਼ ਸਮਥਿੰਗ ਬੇਸਡ ਔਨ ਟਰਸਟ। ਹਮੇਸ਼ਾ ਪੇਸ਼ੈਂਟ ਤੇ ਡਾਕਟਰ ਦਾ ਇੱਕ ਟਰਸਟ ਹੈਗਾ ਜਿਹੜਾ ਕਦੇ ਨਹੀਂ ਟੁੱਟ ਸਕਦਾ। ਸੋ ਅਲਟੀਮੇਟਲੀ ਹੈਲਥ ਕੇਅਰ ਇੰਡਸਟਰੀ ਇੱਕ ਐਸੈਂਸ਼ੀਅਲ ਸਰਵਿਸ ਹੈਗੀ, ਠੀਕ ਹੈ, ਜਿਹਨੇ ਰਿਕਵਰ ਕਰਨਾ ਹੀ ਕਰਨਾ। ਪਰ ਆਉਣ ਵਾਲੇ ਕੁਝ ਸਮੇਂ ਵਿੱਚ ਸਾਨੂੰ ਕਾਫੀ ਚੈਲੰਜਸ ਦਾ ਸਾਹਮਣਾ ਕਰਨਾ ਪਏਗਾ। ਉਹਨਾਂ ਚੈਲੰਜਸ ਵਿੱਚ ਇਹ ਵੀ ਮੇਕ ਸ਼ੋਰ ਕਰਨਾ ਕਿ ਪੇਸ਼ੈਂਟ ਸਿਕਿਉਰ ਫੀਲ ਕਰੇ ਕਿ ਉਹ ਹਸਪਤਾਲ 'ਚ ਆ ਸਕੇ, ਆਪਣਾ ਸੇਫਲੀ ਇਲਾਜ ਕਰਾ ਸਕੇ, ਸੰਕਰਮਣ ਦਾ ਚਾਂਸ ਨਾ ਹੋਏ, ਉਹ ਬੜਾ ਜ਼ਰੂਰੀ ਹੈਗਾ। ਨਾਲ ਹੀ ਨਾਲ ਇਹ ਵੀ ਮੇਕ ਸ਼ੋਰ ਕਰਨਾ ਬਹੁਤ ਜ਼ਰੂਰੀ ਹੈਗਾ ਕਿ ਜਿਹੜਾ ਵੀ ਇਕਨੋਮਿਕਲੀ, ਫਾਈਨੈਂਸ਼ੀਅਲੀ ਜਾਂ ਫਿਜ਼ੀਕਲੀ ਜਿਹੜਾ ਨੁਕਸਾਨ ਹੈਲਥ ਕੇਅਰ ਇੰਡਸਟਰੀ ਝੇਲ ਰਹੀ ਹੈ, ਸਾਡੇ ਕੁਝ ਹੈਲਥ ਕੇਅਰ ਵਰਕਰਸ ਵੀ ਹੈਗੇ ਜਿਹੜੇ ਇਨਫੈਕਟ ਹੋ ਰਹੇ ਨੇ ਤੇ ਜਿਨ੍ਹਾਂ ਨੂੰ ਸਿੰਪਟਮਸ ਹੈਗੇ। ਵਿਦੇਸ਼ੀ ਵਾਇਰਸ ਦੇ ਤਾਂ ਸਟ੍ਰੇਨਸ ਕਾਫੀ ਜ਼ਿਆਦਾ ਅਗਰੈਸਿਵ ਹੈਗੇ। ਸੋ ਸਾਨੂੰ ਪਤਾ ਹੈ ਕਿ ਇਨਫੈਕਟ ਹੈਲਥ ਕੇਅਰ ਵਰਕਰਸ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਇੰਡੀਆ ਵਿੱਚ ਰੱਬ ਦੀ ਮਿਹਰ ਨਾਲ ਹਜੇ ਬਹੁਤ ਜ਼ਿਆਦਾ ਮੁਕਾਮ ਨਹੀਂ ਆਇਆ, ਸਾਨੂੰ ਉਮੀਦ ਹੋਏਗੀ ਕਿ ਨਾ ਆਏ। ਪਰ ਜਿਹੜਾ ਨੁਕਸਾਨ ਹੈਲਥ ਕੇਅਰ ਇੰਡਸਟਰੀ ਨੂੰ ਹੈਗਾ ਉਹ ਸਿਰਫ ਫਾਈਨੈਂਸ਼ੀਅਲ ਨਹੀਂ, ਸੋ ਆਪਾਂ ਉਹਦੀ ਤੁਲਨਾ ਸਿਰਫ ਉਹਦੇ ਨਾਲ ਨਹੀਂ ਕਰ ਸਕਦੇ। ਸਾਨੂੰ ਨਾਲ ਹੀ ਨਾਲ ਇਹ ਵੀ ਸਮਝਣਾ ਪਏਗਾ ਕਿ ਉਹ ਨੁਕਸਾਨ ਜਿਹੜਾ ਹੈਗਾ ਉਹ ਇਨਸਾਨ ਦੇ ਜਾਨ ਦੇ ਤੌਰ ਤੇ ਵੀ ਹੈਗਾ। ਸਾਡੀ ਜਾਂ ਕਿਸੇ ਵੀ ਆਰਗੇਨਾਈਜੇਸ਼ਨ ਦੀ ਇਹ ਜ਼ਿੰਮੇਵਾਰੀ ਹੈਗੀ ਕਿ ਅਸੀਂ ਆਪਣੇ ਹੈਲਥ ਕੇਅਰ ਵਰਕਰਸ ਦੀ ਸੇਫਟੀ ਵੀ ਇਨਸ਼ੋਰ ਕਰ ਸਕੀਏ,
ਨਾਲ ਹੀ ਨਾਲ ਆਪਣੇ ਪੇਸ਼ੈਂਟ ਦੀ ਸੇਫਟੀ ਵੀ ਇੰਸ਼ੋਰ ਕਰ ਸਕੀਏ। ਪਰ ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਕੁਝ ਸਮੇਂ ਵਿੱਚ ਹੈਲਥ ਕੇਅਰ ਇੰਡਸਟਰੀ ਕੁਝ ਪ੍ਰੀਕਾਸ਼ਨਸ ਜਾਂ ਕੁਝ ਇਹਤਿਆਤ ਜਾਂ ਕੁਝ ਮੈਜਰਸ ਦੇ ਮਾਧਿਅਮ ਨਾਲ ਇੰਪਰੂਵ ਕਰ ਪਾਏਗਾ। ਸਰ ਕਰੋਨਾ ਕਦ ਤੱਕ ਖਤਮ ਹੋ ਸਕਦਾ ਹੈ? ਦੇਖੋ ਜੀ, ਉਹ ਤੋਂ ਜ਼ਿਆਦਾ ਜ਼ਰੂਰੀ ਸਾਡਾ ਇਹ ਸਮਝਣਾ ਹੈਗਾ ਕਿ ਇਸ ਵੇਲੇ ਹੈਲਥ ਕੇਅਰ ਆਰਗੇਨਾਈਜੇਸ਼ਨਸ ਕੀ ਕੁਝ ਕਰ ਰਹੀਆਂ ਨੇ ਇਹ ਸਮਝਣ ਲਈ ਕਿ ਕਰੋਨਾ ਦਾ ਖਾਤਮਾ ਕਿਵੇਂ ਕੀਤਾ ਜਾਏ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਹੈਗਾ। ਸਾਡੀ ਹੈਲਥ ਕੇਅਰ ਆਰਗੇਨਾਈਜੇਸ਼ਨ ਇੱਕ ਵੱਡੀ ਹੈਲਥ ਕੇਅਰ ਆਰਗੇਨਾਈਜੇਸ਼ਨ ਹੋਣ ਦੇ ਨਾਤੇ ਕੀ ਕੁਝ ਕਰ ਪਾ ਰਹੀ ਹੈ। ਸ਼ੁਰੂ ਤੋਂ ਲੈ ਕੇ ਐਂਡ ਤੱਕ ਪੇਸ਼ੈਂਟ ਨੂੰ ਹਮੇਸ਼ਾ ਇੱਕ ਸਿੰਗਲ ਥੋਰੋਫੇਅਰ ਵਿੱਚ ਕੀਤਾ ਜਾਂਦਾ ਹੈ। ਜਿਹੜੇ ਸਾਡੇ ਪੇਸ਼ੈਂਟਸ ਐਂਟਰੈਂਸ ਕਰਦੇ ਸੀਗੇ ਹਸਪੀਟਲ ਵਿੱਚੋਂ 3 ਐਂਟਰੀਜ਼ ਤੋਂ, ਹੁਣ ਸਿਰਫ ਇੱਕੋ ਐਂਟਰੀ ਤੋਂ ਕੀਤਾ ਜਾਂਦਾ ਹੈ। ਇੱਕ ਐਂਟਰੀ 'ਚ ਇੱਕ ਫਲੂ ਕਾਰਨਰ ਬਣਿਆ ਹੁੰਦਾ ਹੈ। ਫਲੂ ਕਾਰਨਰ ਵਿੱਚ ਜਿਹੜੇ ਆਪਾਂ ਕਾਰਡੀਨਲ ਲੱਛਣ ਤੁਹਾਨੂੰ ਦੱਸੇ, ਉਹਨਾਂ 'ਚੋਂ ਕਿਸੇ ਨੂੰ ਵੀ ਕਿਸੇ ਪੇਸ਼ੈਂਟ ਨੂੰ ਹੈਗੇ ਤਾਂ ਫਿਰ ਉਸ ਕੇਸ ਵਿੱਚ ਉਹਨਾਂ ਨੂੰ ਪਹਿਲਾਂ ਐਮਰਜੈਂਸੀ ਮੈਡੀਕਲ ਆਫੀਸਰ ਜਾਂ ਫਿਜ਼ੀਸ਼ੀਅਨਸ ਐਗਜ਼ਾਮਿਨ ਕਰਦੇ ਨੇ। ਫਲੂ ਕਾਰਨਰ ਵਿੱਚ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ ਜਾਂ PPE ਪਾਏ ਜਾਂਦੇ ਨੇ। ਉਹਦੇ ਬਾਅਦ ਪੇਸ਼ੈਂਟ ਜਦੋਂ ਅੱਗੇ ਤੱਕ ਜਾਂਦਾ ਹੈ, ਠੀਕ ਹੈ, ਜਾਂ ਰਜਿਸਟ੍ਰੇਸ਼ਨ ਕਾਊਂਟਰਸ ਤੱਕ ਜਾਂਦਾ ਹੈ ਤਾਂ ਉਸ ਟਾਈਮ ਸੋਸ਼ਲ ਡਿਸਟੈਂਸਿੰਗ ਜਾਂ 1 ਤੋਂ 2 ਮੀਟਰ ਦੀ ਦੂਰੀ ਮੇਨਟੇਨ ਕੀਤੀ ਜਾਂਦੀ ਹੈ। ਉਹ ਤੋਂ ਬਾਅਦ ਹਸਪੀਟਲ ਦੇ ਅਲੱਗ-ਅਲੱਗ ਜਗ੍ਹਾ ਅਸੀਂ ਵੀਡੀਓਜ਼ ਡਿਸਪਲੇ ਕੀਤੇ ਹੋਏ ਨੇ, ਠੀਕ ਹੈ, ਜਿਹੜੇ ਕਿ ਹਸਪੀਟਲ ਦੇ ਕੰਸਲਟੈਂਟਸ ਨੇ ਹੀ ਇਹ ਕਹਿ ਲਓ ਕਿ ਪਬਲਿਕ ਸਰਵਿਸ ਅਨਾਉਂਸਮੈਂਟ ਦੇ ਤੌਰ ਤੇ ਹਸਪੀਟਲ ਦੇ ਇੰਟਰਨਲ ਪ੍ਰੈਮਿਸਿਸ 'ਚ ਡਿਸਪਲੇ ਕੀਤੇ ਨੇ। ਵੇਟਿੰਗ ਏਰੀਆਜ਼ ਵਿੱਚ ਘੱਟ ਤੋਂ ਘੱਟ ਇੱਕ ਬੰਦੇ ਦਾ ਫਾਸਲਾ ਰੱਖਿਆ ਜਾਂਦਾ ਹੈ, ਭਾਵੇਂ ਵੇਟਿੰਗ ਏਰੀਆ ਵਿੱਚ ਰਸ਼ ਹੋਣ ਦਾ ਚਾਂਸ ਤਾਂ ਕਿ ਆਪਾਂ ਬਿਲਕੁਲ ਵੀ ਨਾ ਪੈਦਾ ਹੋਣ ਦੇਈਏ। ਇੱਕ ਪੇਸ਼ੈਂਟ ਦੇ ਨਾਲ ਇੱਕ ਅਟੈਂਡੈਂਟ ਹੀ ਅਲਾਉਡ ਹੁੰਦਾ ਹੈ। ਵਿਜ਼ਿਟਿੰਗ ਆਵਰਸ ਮੈਜੋਰਿਟੀ ਹਸਪਤਾਲਾਂ ਨੇ ਸਸਪੈਂਡ ਕੀਤੇ ਨੇ ਟੂ ਮੇਕ ਸ਼ੋਰ ਕਿ ਵਿਜ਼ਿਟੇਸ਼ਨ ਦੇ ਵੇਲੇ, ਠੀਕ ਹੈ, ਸਾਡਾ ਅਚਾਨਕ ਹਸਪਤਾਲ 'ਚ ਰਸ਼ ਨਾ ਪਏ। ਐਲੀਵੇਟਰਸ ਵਿੱਚ ਜਾਂ ਲਿਫਟਸ ਵਿੱਚ ਅਸੀਂ ਖਾਸ ਇਹਤਿਆਤ ਵਰਤੇ ਨੇ ਤਾਂ ਕਿ ਲੋਕਾਂ ਦਾ ਗੈਪ ਘੱਟੋ ਘੱਟ 1-2 ਮੀਟਰ ਦਾ ਹੋਣਾ ਚਾਹੀਦਾ ਹੈ। ਕਰਫਿਊ ਪਾਸਿਸ ਤੇ ਬਾਕੀ ਪੇਸ਼ੈਂਟ ਦੀ ਸਹੂਲਤਾਂ ਬਾਰੇ ਤਾਂ ਆਪਾਂ ਤੁਹਾਨੂੰ ਦੱਸ ਹੀ ਦਿੱਤਾ। ਨਾਲ ਹੀ ਨਾਲ ਅਸੀਂ ਹੁਣ ਚੁਣਿੰਦਾ ਮਰੀਜ਼ਾਂ ਦੀ ਟੈਸਟਿੰਗ ਵੀ ਕਰ ਰਹੇ ਹਾਂ। ਜਿਹੜੇ ਪੇਸ਼ੈਂਟ ਲੱਛਣਾਂ ਤੋਂ ਸੰਕਰਮਿਤ ਹੋ ਕੇ ਜਾਂ ਲੱਛਣਾਂ ਦੇ ਨਾਲ ਆਉਂਦਾ ਸਾਡੇ ਕੋਲ, ਯੂਜੂਅਲੀ ਡਿਫਿਕਲਟ ਹੁੰਦਾ ਦੇਖਣਾ ਕਿ ਡਿਫਿਕਲਟੀ ਇਨ ਬਰੀਥਿੰਗ ਜਾਂ ਸਾਹ ਦੀ ਦਿੱਕਤ ਕਾਹਦੇ ਕਰਕੇ ਹੋ ਰਹੀ ਹੈ, ਪਰ ਉਹਨਾਂ ਨੂੰ ਪਹਿਲਾਂ ਹੀ ਆਈਸੋਲੇਟ ਕਰ ਦਿੱਤਾ ਜਾਂਦਾ ਹੈ ਤਾਂ ਕਿ ਕਿਸੇ ਹੋਰ ਮਰੀਜ਼ ਵਿੱਚ ਉਹ ਹੋਣ ਦਾ ਚਾਂਸ ਨਾ ਹੋਏ। ਇਹ ਹਸਪੀਟਲ ਇੱਕ ਵੱਡਾ ਹਸਪੀਟਲ ਹੈਗਾ, ਇਸ ਕਰਕੇ ਇਹਦੀ ਫਲੋਰਸ ਜਾਂ ਅਲੱਗ-ਅਲੱਗ ਜਿਹੜੇ ਏਰੀਆਜ਼ ਹੈਗੇ ਉਹਨਾਂ ਨੂੰ ਆਪਾਂ ਟੈਸਟਡ ਤੇ ਅਨਟੈਸਟਡ ਵਿੱਚ ਕੀਤਾ। ਸੋ ਇਸ ਕਰਕੇ ਜਿਹੜੇ ਟੈਸਟਡ ਮਰੀਜ਼ ਹੈਗੇ, ਜਿਹੜੇ ਨੈਗੇਟਿਵ ਮਰੀਜ਼ ਹੈਗੇ, ਠੀਕ ਹੈ, ਉਹ ਸਾਰੇ ਦੇ ਸਾਰੇ ਇੱਕ ਏਰੀਆ 'ਚ ਹੁੰਦੇ ਨੇ। ਤੇ ਜਿਹੜੇ ਲੋਕਾਂ ਨੂੰ ਸਾਨੂੰ ਲੱਗਦਾ ਹੈ ਕਿ ਕੋਈ ਲੱਛਣ ਇਦਾਂ ਦਾ ਹੋਏ, ਭਾਵੇਂ ਕਰੋਨਾ ਨਾਲ ਤਾਲੁਕ ਰੱਖਦਾ ਹੋਏ ਭਾਵੇਂ ਨਾ ਰੱਖਦਾ ਹੋਏ, ਬਿਕੋਜ਼ ਇਹਦੇ ਵਿੱਚ ਏਸਿਮਟੋਮੈਟਿਕ ਕੈਰੀਅਰ ਵੀ ਹੁੰਦੇ ਨੇ। ਸੋ ਇਸ ਕਰਕੇ ਭਾਵੇਂ ਉਹਨਾਂ ਦਾ ਟੈਸਟ ਹੋਇਆ ਹੋਏ ਭਾਵੇਂ ਨਾ ਹੋਇਆ ਹੋਏ, ਉਹਨਾਂ ਨੂੰ ਅਲੱਗ ਏਰੀਆ 'ਚ ਰੱਖਿਆ ਜਾਂਦਾ ਉਹਨਾਂ ਲੋਕਾਂ ਤੋਂ ਜਿਹੜੇ ਲੋਕਾਂ ਨੂੰ ਇਦਾਂ ਦੇ ਲੱਛਣ ਹੋ ਸਕਦੇ ਨੇ। ਇੱਦਾਂ ਦੀ ਬਹੁਤ ਸਾਰੀਆਂ ਚੀਜ਼ਾਂ ਦੇ ਚੱਲਦੇ ਹੋਏ ਸਾਨੂੰ ਅਪੇਕਸ਼ਾ ਹੈਗੀ ਕਿ ਬਿਮਾਰੀ ਦਾ ਇਲਾਜ ਤਾਂ ਅਲਟੀਮੇਟਲੀ ਹੋਣਾ ਹੀ ਹੈ। ਫਿਊਚਰ ਦੇ ਤੌਰ ਤੇ ਦੇਖਿਆ ਜਾਏ ਤਾਂ ਕਾਫੀ ਵੈਕਸੀਨਸ ਹੈਗੀਆਂ ਜਿਹੜੀ ਡਿਵੈਲਪਮੈਂਟ 'ਚ ਹੈਗੀਆਂ। ਸਾਨੂੰ ਉਮੀਦ ਹੈ ਕਿ ਇਸ ਸਾਲ ਦੇ ਅੰਤ ਵਿੱਚ ਸਾਡੇ ਕੋਲ ਕੋਈ ਨਾ ਕੋਈ ਇੱਕ ਜ਼ਰੀਆ ਹੋਏਗਾ ਜਿਹੜਾ ਕਿ ਇਸ ਬਿਮਾਰੀ ਦਾ ਲੰਬੇ ਚਿਰ ਖਾਤਮਾ ਕਰ ਸਕੇ। ਜਿੱਥੇ ਤੱਕ ਦਵਾਈਆਂ ਦਾ ਸਵਾਲ ਹੈ, ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਨੇ ਇੱਕ ਟ੍ਰਾਇਲ ਖੋਲ੍ਹਿਆ ਹੋਇਆ, ਜਿਹੜੇ ਲੋਕੀ ਰਿਕਵਰ ਕਰ ਚੁੱਕੇ ਨੇ ਉਹਨਾਂ ਦੇ ਬਲੱਡ ਜਾਂ ਪਲਾਜ਼ਮਾ ਲੈਵਲ ਦੇ ਨਾਲ। ਉਹਦੇ ਇਲਾਵਾ ਕੁਝ ਵਾਇਰਲ ਏਜੰਟਸ ਹੈਗੇ, ਐਂਟੀਵਾਇਰਲ ਏਜੰਟਸ ਹੈਗੇ ਜਿਨ੍ਹਾਂ ਨੂੰ US FDA ਅਪਰੂਵਲ ਆਪਾਂ ਕਹਿੰਦੇ ਹਾਂ, ਉਹ ਮਿਲ ਚੁੱਕਾ। ਸੋ ਸਾਨੂੰ ਪੂਰੀ ਉਮੀਦ ਹੈ ਕਿ ਹੁਣ ਹਫ਼ਤਿਆਂ ਦੀ ਲੜਾਈ ਹੋਣੀ ਚਾਹੀਦੀ ਹੈ, ਹੋਪਫੁਲੀ ਮਹੀਨਿਆਂ ਦੀ ਲੜਾਈ ਨਹੀਂ ਹੋਏਗੀ। ਪਰ ਇੱਕ ਸਾਨੂੰ ਆਪਣਾ ਨਜ਼ਰੀਆ ਪੂਰਾ ਬਦਲਣਾ ਪਏਗਾ ਲਾਈਫ ਦੇ ਪ੍ਰਤੀ। ਲੋਕਾਂ ਨੂੰ ਥੋੜ੍ਹਾ ਜ਼ਿਆਦਾ ਇਸ ਗੱਲ ਪ੍ਰਤੀ ਜਾਗਰੂਕ ਹੋਣਾ ਪਏਗਾ ਕਿ ਫਿਜ਼ੀਕਲ ਡਿਸਟੈਂਸਿੰਗ ਬੜੀ ਜ਼ਰੂਰੀ ਹੈਗੀ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਪੂਰੇ ਦੇਸ਼ ਲਈ, ਪੂਰੀ ਦੁਨੀਆ ਲਈ। ਇਕੱਠੇ ਇੱਕ ਏਰੀਆ ਵਿੱਚ ਹੋਣਾ ਜਿਹੜਾ ਹੈ ਉਹ ਗਲਤ ਹੋਏਗਾ। ਸਾਡੀ ਰੀਕ੍ਰੀਏਸ਼ਨਲ ਸਪੈਂਡਿੰਗ ਘੱਟ ਹੋ ਜਾਏਗੀ। ਕਿਉਂਕਿ ਤੁਸੀਂ ਫਾਈਨੈਂਸ਼ੀਅਲ ਇੰਪੈਕਟ ਬਾਰੇ ਪੁੱਛਿਆ ਤਾਂ ਸਾਨੂੰ ਲੱਗਦਾ ਹੈ ਕਿ ਫਾਈਨੈਂਸ਼ੀਅਲ ਇੰਪੈਕਟ ਇਹਦਾ ਕਾਫੀ ਹੱਦ ਤੱਕ ਰਹਿਣ ਵਾਲਾ ਹੈ। ਘੱਟੋ ਘੱਟ ਲੋਕਾਂ ਨੂੰ ਆਪਣਾ ਇਹ ਕਹਿ ਲਓ ਕਿ ਆਪਣੇ ਜਿਹੜੀ ਫੰਡ ਸਪੈਂਡਿੰਗ ਹੁੰਦੀ ਹੈ, ਜਿਹੜੀ ਆਪਣੀ ਮਰਜ਼ੀ ਨਾਲ ਜਾਂ ਆਪਣੀ ਖੁਸ਼ੀ ਲਈ ਸਪੈਂਡਿੰਗ ਕੀਤੀ ਜਾਂਦੀ ਹੈ, ਉਹ 'ਤੇ ਕਾਫੀ ਹੱਦ ਤੱਕ ਕਾਬੂ ਰੱਖਣਾ ਪਏਗਾ। ਲੋਕਾਂ ਨੂੰ ਜ਼ਰੂਰੀ ਖਰਚੇ ਹੀ ਉਹਨਾਂ ਦੇ ਉੱਤੇ ਨਿਰਭਰ ਰਹਿਣਾ ਪਏਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਲੱਗਦਾ, ਪਰ ਫਿਊਚਰ ਫੇਰ ਵੀ ਚੰਗਾ ਹੋਣਾ ਚਾਹੀਦਾ ਬਿਕੋਜ਼ ਮਾਨਵ ਜਾਤੀ ਐਜ਼ ਅ ਹੋਲ ਬੜੀ ਰੈਜ਼ਿਲੀਐਂਟ ਜਾਤੀ ਹੈਗੀ। ਅਸੀਂ ਬਹੁਤ ਵੱਡੀ ਦਿੱਕਤਾਂ ਤੋਂ, ਬਹੁਤ ਵੱਡੇ ਪ੍ਰਕੋਪਾਂ ਤੋਂ ਜੂਝ ਚੁੱਕੇ ਹਾਂ ਐਂਡ ਇਹ ਮਾਡਰਨ ਡੇ ਪ੍ਰਕੋਪ ਸਾਨੂੰ ਬਹੁਤ ਵੱਡਾ ਮਿਲਿਆ ਇਸ ਵੇਲੇ, ਠੀਕ ਹੈ। ਫਰਕ ਤਾਂ ਸਾਰਿਆਂ ਦੀ ਜ਼ਿੰਦਗੀ 'ਚ ਆਏਗਾ, ਬਟ ਵੀ ਹੋਪ ਦੈਟ ਐਵਰੀਥਿੰਗ ਸ਼ੁੱਡ ਬੀ ਫਾਈਨ। ਲਾਕਡਾਊਨ ਖਤਮ ਹੋਣ ਤੋਂ ਬਾਅਦ ਕਿਹੜੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ? ਸੋ ਲਾਕਡਾਊਨ ਸਿਰਫ ਸਰਕਾਰ ਦੇ ਵੱਲੋਂ ਪ੍ਰੋਵਾਈਡ ਕੀਤਾ ਹੋਇਆ ਇੱਕ ਜ਼ਰੀਆ ਹੈਗਾ ਤਾਂ ਕਿ ਅਸੀਂ ਸਾਰੇ ਜਾਗਰੂਕ ਹੋ ਸਕੀਏ ਕਿ ਅਸੀਂ ਇਸ ਬਿਮਾਰੀ ਦਾ ਇਕੱਠੇ ਮਿਲ ਕੇ ਖਾਤਮਾ ਕਰਨਾ। ਹੈਲਥ ਕੇਅਰ ਸਿਰਫ ਇੱਕ ਕੜੀ ਹੈਗੀ ਉਸ ਚੀਜ਼ ਦੇ ਇਲਾਜ ਲਈ ਜਿਹੜੇ ਲੋਕਾਂ ਨੂੰ ਬਿਮਾਰੀ ਹੋ ਰਹੀ ਹੈ, ਪਰ ਇਹ ਬਿਮਾਰੀ ਨਾਯਾਬ ਇੱਕ ਹੋਰ ਚੀਜ਼ ਵਿੱਚ ਹੈਗੀ ਕਿ ਸਾਨੂੰ ਇਹ ਪਤਾ ਹੈਗਾ ਕਿ ਇਸ ਬਿਮਾਰੀ ਦਾ ਖਾਤਮਾ ਸਿਰਫ ਦਵਾਈਆਂ ਨਾਲ ਨਹੀਂ ਹੋ ਸਕਦਾ। ਤੁਹਾਡਾ ਵੀ ਉਨਾ ਹੀ ਜ਼ਰੂਰੀ ਰੋਲ ਹੈ ਜਿੰਨਾ ਮੇਰਾ ਜ਼ਰੂਰੀ ਰੋਲ ਹੈ ਇਸ ਬਿਮਾਰੀ ਦੇ ਇਲਾਜ ਵਿੱਚ। ਇਸ ਕਰਕੇ ਹੁਣ ਆਈ ਥਿੰਕ ਕਿ ਇੰਨੀ ਜਾਗਰੂਕਤਾ ਪੈਦਾ ਕੀਤੀ ਜਾ ਚੁੱਕੀ ਹੈ ਲੋਕਾਂ ਵਿੱਚ। ਸਾਡੀ ਫੋਨ ਕਾਲਸ ਵਿੱਚ ਜਦੋਂ ਆਪਾਂ ਕਾਲ ਕਰਦੇ ਹਾਂ ਸਾਨੂੰ ਸਭ ਤੋਂ ਪਹਿਲਾਂ ਕੋਰੋਨਾ ਮੈਸੇਜ ਮਿਲਦਾ। ਟੈਲੀਵਿਜ਼ਨ 'ਤੇ, ਸੋਸ਼ਲ ਮੀਡੀਆ ਦੇ ਥਰੂ, ਤੁਹਾਡੇ ਚੈਨਲਸ ਵਰਗੇ ਚੈਨਲ ਦੇ ਮਾਧਿਅਮ ਨਾਲ
आई थिंक काफ़ी हद तक पूरी जनता जनार्दन ਨੂੰ ਇਹ ਸੂਚਨਾ ਮਿਲ ਚੁੱਕੀ ਹੈ ਕਿ ਜਾਗ੍ਰਿਤੀ ਪੈਦਾ ਹੋਏ। ਉਹ ਜਾਗ੍ਰਿਤੀ ਸਰਕਾਰ ਨੂੰ ਜੋ ਪੈਦਾ ਕਰਨੀ ਸੀ ਕਿ ਉਹ ਕਰ ਚੁੱਕੇ ਨੇ। ਹੁਣ ਇਸ ਵੇਲੇ ਇੱਕ ਫੇਜ਼ਡ ਬ੍ਰੇਕੇਜ ਆਫ ਲਾਕਡਾਊਨ ਹੋਣਾ ਚਾਹੀਦਾ। ਉਹਦਾ ਮਤਲਬ ਕੀ ਹੈਗਾ, ਜਿਹੜੇ ਤਾਂ ਏਰੀਆਜ਼ ਕੰਟੇਨਮੈਂਟ ਜ਼ੋਨਸ ਹੈਗੇ, ਰੈੱਡ ਜ਼ੋਨ ਹੈਗੇ, ਉੱਥੇ ਇਹਤਿਆਤ ਜਾਂ ਜਿਹੜੇ ਰਿਸਟ੍ਰਿਕਸ਼ਨਸ ਹੈਗੀਆਂ ਉਹ ਲਾਗੂ ਰਹਿਣਗੀਆਂ, ਪਰ ਹੌਲੇ-ਹੌਲੇ ਕਰਕੇ ਜਿੱਥੇ ਸੰਕਰਮਿਤ ਮਰੀਜ਼ ਇੰਨੇ ਜ਼ਿਆਦਾ ਨਹੀਂ ਹੈਗੇ ਉੱਥੋਂ ਲਾਕਡਾਊਨ ਥੋੜਾ ਲਿਫਟ ਹੋਣ ਦਾ ਸਾਨੂੰ ਸਾਰਿਆਂ ਨੂੰ ਆਸਾਰ ਲੱਗਦਾ। ਲਾਕਡਾਊਨ ਲਿਫਟ ਹੋਣ ਤੋਂ ਬਾਅਦ ਵੀ ਸਾਨੂੰ ਪਰ ਵੀ ਪ੍ਰੀਕਾਸ਼ਨਸ ਲੈਣੇ ਚਾਹੀਦੇ ਨੇ। ਸੋ ਇਹ ਮੇਰਾ ਸਭ ਤੋਂ ਵੱਡਾ ਮੈਸੇਜ ਇਹ ਹੋਏਗਾ ਕਿ ਸੋਸ਼ਲ ਡਿਸਟੈਂਸਿੰਗ ਫਿਰ ਵੀ ਕਾਇਮ ਰਹੇ। ਇਹ ਨਹੀਂ ਕਿ ਕਿਸੇ ਨੇ ਸਾਨੂੰ ਫੋਰਸ ਕਰਨਾ, ਸਾਨੂੰ ਆਪਣੇ ਆਪ ਨੂੰ ਬਿਹੂਵ ਹੋਣਾ ਚਾਹੀਦਾ ਕਿ ਆਪਾਂ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰੀਏ, ਕੰਟੈਕਟ ਪ੍ਰੀਕਾਸ਼ਨਸ ਮੇਨਟੇਨ ਕਰੀਏ, ਕਾਫ ਐਟੀਕੇਟ ਆਪਾਂ ਕਹਿੰਦੇ ਹਾਂ, ਸਨੀਜ਼ਿੰਗ ਐਟੀਕੇਟ ਕਹਿੰਦੇ ਹਾਂ, ਖਾਂਸੀ ਤੇ ਨਿੱਚ ਵੇਲੇ ਚੀਜ਼ਾਂ ਦਾ ਇਹਤਿਆਤ ਰੱਖਣਾ, ਠੀਕ ਹੈ, ਉਹ ਸਾਰੀਆਂ ਚੀਜ਼ਾਂ ਸਾਨੂੰ ਕਰਨੀਆਂ ਪੈਣਗੀਆਂ। ਪਲੱਸ ਗੈਦਰਿੰਗਸ ਨੂੰ ਅਵੋਇਡ ਕਰਨਾ ਪਏਗਾ, ਮੇਕ ਸ਼ੋਰ ਕਰਨਾ ਪਏਗਾ ਇਨਸਾਨ ਆਪਣੇ ਕੰਮ ਤੇ ਜਾਏ, ਭਾਵੇਂ ਪਬਲਿਕ ਟਰਾਂਸਪੋਰਟ 'ਚ ਜਾਏ, ਪਬਲਿਕ ਟਰਾਂਸਪੋਰਟ 'ਚ ਬਹੁਤ ਜ਼ਿਆਦਾ ਰਸ਼ ਨਾ ਪਏ, ਪਬਲਿਕ ਟਰਾਂਸਪੋਰਟ ਦੀ ਜ਼ਿੰਮੇਵਾਰੀ ਹੋਏਗੀ ਕਿ ਬੱਸਾਂ ਨੂੰ ਨਾ ਭਰਨ ਦੇ ਬਹੁਤ ਜ਼ਿਆਦਾ। ਸੋ ਸਾਰੀਆਂ ਚੀਜ਼ਾਂ ਆਈ ਥਿੰਕ ਕਿ ਪੂਰੀ ਦੁਨੀਆ ਨੂੰ ਇਕੱਠੇ ਹੋਣਾ ਪੈਣਾ ਇਹਦਾ ਸਾਹਮਣਾ ਕਰਨ ਲਈ। ਜਿੱਦਾਂ ਤੁਸੀਂ ਦੱਸਿਆ ਕਿ ਪੇਸ਼ੈਂਟ ਜਿੰਨੇ ਅੱਗੇ ਪਹਿਲਾਂ ਆਉਂਦੇ ਸੀ ਉਸ ਤੋਂ ਨਾ ਮਾਤਰ ਰਹਿ ਗਏ, ਕਾਫੀ ਹਸਪੀਟਲ ਨੂੰ ਲਾਸ ਹੋਇਆ, ਸਰਕਾਰ ਤੋਂ ਕੋਈ ਉਮੀਦ ਦਿਖਦੀ ਹੈ? ਸੋ ਸਰਕਾਰ ਇਸ ਵੇਲੇ ਦੇਖੋ, ਇੱਕ ਗੱਲ ਪੱਕੀ ਹੈ, ਪ੍ਰਾਈਵੇਟ ਅਦਾਰੇ ਨੂੰ ਜਾਂ ਪ੍ਰਾਈਵੇਟ ਹੈਲਥ ਕੇਅਰ ਨੂੰ ਸਾਨੂੰ ਕਿਸੇ ਵੀ ਹਾਲ ਵਿੱਚ ਕੰਪਲੀਟਲੀ ਡਿਪੈਂਡੈਂਟ ਕਿਸੇ ਤੇ ਨਹੀਂ ਹੋਣਾ ਚਾਹੀਦਾ। ਆਈ ਥਿੰਕ ਇੱਕ ਗੱਲ ਇਸ ਮਹਾਮਾਰੀ ਨੇ ਸਾਬਿਤ ਕੀਤੀ ਹੈ ਕਿ ਸਾਰਿਆਂ ਨੂੰ ਆਪਣਾ ਖਿਆਲ ਖੁਦ ਹੀ ਰੱਖਣਾ, ਠੀਕ ਹੈ। ਤੁਸੀਂ ਆਪਣੀ ਗੱਲ ਸਹੀ ਕੀਤੀ ਹੈ ਕਿ ਪ੍ਰਾਈਵੇਟ ਹੈਲਥ ਕੇਅਰ ਨੂੰ ਜਿੱਦਾਂ ਸਾਰੇ ਬਿਜ਼ਨੈਸਿਸ ਨੂੰ ਬਹੁਤ ਜ਼ਿਆਦਾ ਵੱਡਾ ਚੋਟ ਪਹੁੰਚੀ ਹੈ, ਪ੍ਰਾਈਵੇਟ ਹੈਲਥ ਕੇਅਰ ਵਿੱਚ ਵੀ ਪਹੁੰਚੀ ਹੈ, ਪਰ ਵੀ ਆਰ ਇਨ ਦਾ ਬਿਜ਼ਨਸ ਆਫ ਸੇਵਿੰਗ ਲਾਈਵਸ। ਅਸੀਂ ਜ਼ਿੰਦਗੀਆਂ ਬਚਾਉਣੀਆਂ ਹੈਗੀਆਂ। ਜ਼ਿੰਦਗੀ ਭਾਵੇਂ ਸੋਸ਼ਲ ਡਿਸਟੈਂਸਿੰਗ ਨਾਲ ਬਚੇ, ਭਾਵੇਂ ਕੰਟੈਕਟ ਪ੍ਰੀਕਾਸ਼ਨਸ ਨਾਲ ਬਚੇ, ਭਾਵੇਂ ਸਾਡੀ ਦਵਾਈਆਂ ਨਾਲ। ਇੱਥੇ ਇੱਕ ਗੌਰਤਲਬ ਗੱਲ ਇਹ ਹੈਗੀ ਕਿ ਅਸੀਂ ਇਸ ਵੇਲੇ ਜੋ ਵੀ ਰਿਲੀਫ ਪੈਕੇजेस IMA ਪੰਜਾਬ ਨੇ ਰਿਕੁਐਸਟ ਕੀਤੇ ਨੇ, IMA ਨੈਸ਼ਨਲ ਨੇ ਰਿਕੁਐਸਟ ਕੀਤੇ ਨੇ, ਬਤੌਰ ਪ੍ਰਾਈਵੇਟ ਹੈਲਥ ਕੇਅਰ ਆਰਗੇਨਾਈਜੇਸ਼ਨਸ, ਨਰਸਿੰਗ ਹੋਮ ਐਸੋਸੀਏਸ਼ਨਸ ਨੇ ਰਿਕੁਐਸਟ ਕੀਤੇ ਨੇ, ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਆਲਰੇਡੀ ਇੰਡੀਕੇਟ ਕੀਤੀਆਂ ਜਾ ਚੁੱਕੀਆਂ ਨੇ ਸਰਕਾਰੀ ਅਦਾਰਿਆਂ ਨੂੰ। ਐਂਡ ਵੀ ਆਰ ਹੋਪਫੁਲ ਕਿ ਨੈਸ਼ਨਲ ਤੇ ਸਟੇਟ ਗਵਰਨਮੈਂਟਸ ਕੁਛ ਨਾ ਕੁਛ ਰਿਲੀਫ ਪੈਕੇਜ ਖਾਸ ਤੌਰ ਤੇ ਹੈਲਥ ਕੇਅਰ ਨੂੰ ਦੇਗੀ, ਜਿਹਨੇ ਕਾਫੀ ਹੱਦ ਤੱਕ ਸਭ ਤੋਂ ਵੱਡਾ ਰੋਲ ਨਿਭਾਉਣਾ ਹੈ ਇਸ ਚੀਜ਼ ਦੇ ਇਲਾਜ ਵਿੱਚ। ਮਗਰ ਮਰੀਜ਼ਾਂ ਨੂੰ ਮੇਰਾ ਸੰਦੇਸ਼ ਇਹ ਹੈਗਾ ਕਿ ਯਾਦ ਰੱਖਣਾ ਆਪਾਂ ਕਿ ਕੋਰੋਨਾ ਵਾਇਰਸ ਦੇ ਇਲਾਵਾ ਵੀ ਬਹੁਤ ਜ਼ਿਆਦਾ ਸੰਗੀਨ ਬਿਮਾਰੀਆਂ ਹੈਗੀਆਂ ਜਿਹਦੇ ਨਾਲ ਪੂਰੀ ਦੁਨੀਆ ਹੈ, ਸਾਡਾ ਦੇਸ਼ ਜੂਝਦਾ ਹੈ। ਜਦੋਂ ਵੀ ਕਿਸੇ ਨੂੰ ਹਾਰਟ ਦੀ ਕੋਈ ਦਿੱਕਤ ਹੋਏ, ਕਿਡਨੀ ਗਦੂਦ ਦੀ ਕੋਈ ਦਿੱਕਤ ਹੋਏ, ਉਹਨਾਂ ਨੂੰ ਕੋਈ ਲਿਵਰ ਦੀ, ਪੇਟ ਦੀ ਬਿਮਾਰੀ ਹੋਏ, BP ਸ਼ੂਗਰ ਦੇ ਉਤਾਰ ਚੜਾਵ ਦੀ ਬਿਮਾਰੀ ਹੋਏ, ਕੋਈ ਵੀ ਇਦਾਂ ਦੀ ਬਿਮਾਰੀ ਹੋਏ, ਖਾਸ ਤੌਰ ਤੇ ਕੈਂਸਰ ਦੀ, ਮੈਂ ਕੈਂਸਰ ਸਰਜਨ ਹੈਗਾ, ਸੋ ਜ਼ਾਹਿਰ ਜੀ ਗੱਲ ਹੈ ਕਿ ਕੈਂਸਰ ਦੇ ਇਲਾਜ ਵਿੱਚ ਜੇ ਆਪਾਂ ਮੰਨ ਲਓ 6 ਜਾਂ 8 ਹਫ਼ਤੇ ਜਾਂ ਲਾਕਡਾਊਨ ਦੇ ਅੰਤਰਾਲ ਦਾ ਇੰਤਜ਼ਾਰ ਕਰੀਏ ਤਾਂ ਪੇਸ਼ੈਂਟ ਦੀ ਜ਼ਿੰਦਗੀ ਨਹੀਂ ਬਚ ਪਾਣੀ। ਸੋ ਇਹ ਉਨੇ ਹੀ ਜ਼ਰੂਰੀ ਇਲਾਜ ਹੈਗੇ। ਅਸੀਂ ਇੱਕ ਟੈਲੀਕੰਸਲਟੇਸ਼ਨ ਸਰਵਿਸ, ਫੋਨ ਕੰਸਲਟੇਸ਼ਨ ਸਰਵਿਸ ਸ਼ੁਰੂ ਕੀਤੀ ਹੋਈ ਹੈ ਪਟੇਲ ਹਸਪੀਟਲ ਦੀ ਵੈਬਸਾਈਟ ਦੇ ਉੱਤੇ, ਜਿਹਦੇ ਉੱਤੇ ਪੇਸ਼ੈਂਟ ਜਾ ਕੇ ਫੋਨ ਕੰਸਲਟੇਸ਼ਨ ਲੈ ਸਕਦਾ ਹੈ, WhatsApp Zoom ਕੰਸਲਟੇਸ਼ਨ ਲੈ ਸਕਦਾ ਹੈ। ਪਰ ਉਹਦੇ ਬਾਵਜੂਦ ਜੇ ਕੋਈ ਜ਼ਰੂਰੀ ਲੱਛਣ ਜਾਂ ਕੋਈ ਚਿੰਤਾ ਭਰੇ ਲੱਛਣ ਤੁਹਾਨੂੰ ਹੁੰਦੇ ਨੇ, ਜਾਂ ਤੁਸੀਂ ਕਿਸੇ ਇਦਾਂ ਦੀ ਬਿਮਾਰੀ ਦੇ ਸ਼ਿਕਾਰ ਹੋ ਜਿਹਦਾ ਇਲਾਜ ਨਿਯਮਿਤ ਤੌਰ ਤੇ ਸਾਨੂੰ ਕਰਾਉਣ ਦੀ ਲੋੜ ਹੈ, ਤਾਂ ਜ਼ਰੂਰ ਅਪਾਇੰਟਮੈਂਟ ਲਓ। ਕਰਫਿਊ ਪਾਸਿਸ ਆਪਣੇ ਡਾਕਟਰ ਤੋਂ ਮੰਗਾਓ, ਅਸੀਂ ਉਹ ਫੈਸਿਲਿਟੀ ਵੀ ਸ਼ੁਰੂ ਕੀਤੀ ਹੋਈ ਹੈ। ਐਂਡ ਕਰਫਿਊ ਪਾਸਿਸ ਦੀ ਮਦਦ ਦੇ ਨਾਲ ਸਾਡੇ ਤੱਕ ਪਹੁੰਚੋ। ਹਸਪੀਟਲ ਦੇ ਅੰਦਰ ਸਾਰੀ ਪ੍ਰੀਕਾਸ਼ਨਸ ਲਈਆਂ ਜਾਂਦੀਆਂ ਨੇ, ਜਿਵੇਂ ਮੈਂ ਤੁਹਾਨੂੰ ਆਲਰੇਡੀ ਇੰਡੀਕੇਟ ਕੀਤਾ। ਆਪਣਾ ਇਲਾਜ ਕਰਾਓ ਤੇ ਜ਼ਰੂਰੀ ਜਿਹੜੀ ਚੀਜ਼ ਹੈਗੀ, ਠੀਕ ਹੈ, ਉਹਦੇ ਬਾਰੇ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਨਾ ਕਰੋ। ਬੇਸਿਕਲੀ ਇਹ ਮੇਰੀ ਹਦਾਇਤ ਹੋਏਗੀ। ਇਹ ਸੀ ਪਟੇਲ ਹਸਪੀਟਲ ਦੇ ਡਾਕਟਰ ਸ਼ਮਿਤ ਚੋਪੜਾ, ਜਿਨ੍ਹਾਂ ਨੇ ਦੱਸਿਆ ਕਿ ਕਰੋਨਾ ਦੇ ਕੀ ਲੱਛਣ ਹੈ ਤੇ ਕਰੋਨਾ ਤੋਂ ਕਿੱਦਾਂ ਬਚਿਆ ਜਾ ਸਕੇ। ਕੈਮਰਾਮੈਨ ਪਵਨ ਦੇ ਨਾਲ ਵਿਨੇ ਸ਼ਰਮਾ, ਦੈਨਿਕ ਸਵੇਰਾ TV, ਜਲੰਧਰ।